ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਸਾਹਿਬ ਜੀ ਆਇਆ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਵਾਲੇ ਪੱਤਰ ਤੋਂ ਬਾਅਦ ਇੱਕ ਮੈਂਬਰ ਪਾਰਲੀਮੈਂਟ ਨੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਨੂੰ ਕਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੈਂਬਰ ਪਾਰਲੀਮੈਂਟ ਅੱਗੇ ਵਧਾਇਆ ਸੀ, ਬਾਅਦ ਵਿੱਚ 4.5 ਸਾਲ ਕਾਰਨਰ ਕਰੀ ਰੱਖੇ, ਕਦੇ ਬਾਤ ਨਹੀਂ ਪੁੱਛੀ। ਲੇਕਿਨ ਜਦੋਂ ਭੀੜ ਬਣੀ ਤਾਂ ਉਹਨਾਂ ਨੇ ਲੱਤ ਡਾਹ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ। ਬੀਤੀ ਰਾਤ ਇੱਕ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਤਾ। ਔਰ ਮੈਂ ਪੇਂਡੂ ਭਾਸ਼ਾ 'ਚ ਕਹਾਂ ਤੇ ਉਹਨਾਂ ਕਿਹਾ, ਇਹੋ ਜਿਹੀਆਂ ਪਾਰਟੀਆਂ ਬਣਾਉਣ ਦਾ ਕੋਈ ਫਾਇਦਾ ਨਹੀਂ। ਜੇ ਅਜੇ ਵੀ ਚੋਣਵੇਂ ਤਰੀਕੇ ਨਾਲ ਪੇਸ਼ ਆਉਣਾ ਹੈ, ਜਾਂ ਤਾਂ ਉਹ ਮਿਨਿਸਟਰ, ਉਹ ਅਫਸਰ, ਉਹ ਵਿਧਾਇਕ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਕਿ ਮਾਫੀਆਜ਼ ਨੇ, ਜਿਨ੍ਹਾਂ ਦਾ ਤੁਸੀਂ ਮਾਈਨਿੰਗ ਦੇ ਵਿੱਚ ਤੇ ਡਰੱਗਸ ਦੇ ਵਿੱਚ ਜ਼ਿਕਰ ਕਰ ਰਹੇ ਹੋ, ਜਾਂ ਤਾਂ ਨਾ ਜ਼ਾਹਰ ਕਰੋ, ਜਾਂ ਤਾਂ ਜੁਰਤ ਦਿਖਾਓ, ਜਾਂ ਨਾ ਬੋਲੋ। ਜਿਹੜੇ ਗੁਰਜੀਤ ਸਿੰਘ ਔਜਲਾ ਨੇ, ਮੈਂ ਮਾਫੀ ਚਾਹੁੰਦਾ, ਗੁਰਜੀਤ ਸਿੰਘ ਔਜਲਾ ਨੇ ਪੂਰੇ ਪੰਜਾਬ ਦੇ ਲੋਕਾਂ ਸਾਹਮਣੇ ਵੀ ਇੱਕ ਵੱਡਾ ਸਵਾਲ ਰੱਖਤਾ, ਔਰ ਉਹ ਵੀ ਸੱਤਾਧਾਰੀ ਧਿਰ ਨਾਲ ਜੁੜੇ ਹੋਣ ਕਰਕੇ ਇਹਦੇ ਅਰਥ ਵੀ ਵੱਡੇ ਨੇ ਕਿ ਜਿਹੜੀ ਰਿਪੋਰਟ ਦਾ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਆ ਕਿ ਮੈਨੂੰ ਏਜੰਸੀਆਂ ਨੇ ਇਹ ਦੱਸਿਆ ਸੀ ਕਿ ਕਿਹੜੇ ਐਮਐਲਏ ਜਾਂ ਕਿਹੜੇ ਵਜ਼ੀਰ ਸ਼ਾਮਲ ਰਹੇ, ਜਦੋਂ ਉਹਨਾਂ ਨੇ ਇਹ ਤਸਲੀਮ ਹੀ ਕਰ ਲਿਆ ਕਿ ਮੇਰੀ ਕੋਈ ਗਲਤੀ ਹੋਈ ਆ, ਮੈਂ ਡਰਦੇ ਹੋਏ ਨੇ ਕਿ ਇਮੇਜ ਨਾ ਵਿਗੜੇ ਪਾਰਟੀ ਦਾ, ਕਾਰਵਾਈ ਨਹੀਂ ਕੀਤੀ, ਇਹ ਵੀ ਮੰਨ ਲਿਆ ਕਿ ਮੈਂ ਵੀ ਉਹਨਾਂ ਹੀ ਦੋਸ਼ੀ ਆ, ਫਿਰ ਹੁਣ ਜੇ ਨੱਚਣਾ ਤੇ ਘੁੰਡ ਕਾਹਤੋਂ ਕੱਢਣਾ। ਕੈਪਟਨ ਅਮਰਿੰਦਰ ਸਿੰਘ ਜੇ ਭੋਰਾ ਜਿੰਨੀ ਵੀ ਸੁਹਿਰਦਤਾ ਦਿਖਾਉਂਦੇ ਨੇ, ਜੇ ਉਹਨਾਂ ਦੀ ਥੋੜੀ ਬਹੁਤੀ ਵੀ ਭਰੋਸੇਯੋਗਤਾ ਲੋਕ ਮਨਾਂ 'ਚ ਬਚਣੀ ਆ, ਤੇ ਇਸ ਗੱਲ ਤੇ ਬਚਣੀ ਆ ਕਿ ਹੁਣ ਇਸ ਹਮਾਮ 'ਚ ਸਾਰੇ ਨੰਗੇ ਕਰਤੇ ਜਾਣ। ਜਿਹੜਾ ਵੀ ਲੁੱਟਿਆ ਉਹ ਕੋਈ ਵੀ ਹੋਵੇ, ਕਿੱਡਾ ਵੀ ਵੱਡਾ ਹੋਵੇ। ਇੱਕ ਸਵਾਲ ਹੋਰ ਆ, ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ, ਉਹਨਾਂ ਸਾਹਮਣੇ ਵੀ ਗੁਰਜੀਤ ਸਿੰਘ ਔਜਲਾ ਵੱਲੋਂ ਇਹ ਸਵਾਲ ਖੜਾ ਹੈ ਇੱਕ ਤਰ੍ਹਾਂ ਨਾਲ, ਜਦੋਂ ਏਜੰਸੀਆਂ ਦੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਕੋਲ ਹੈ ਤਾਂ ਫਿਰ ਏਜੰਸੀਆਂ ਕਿਤੇ ਬਾਹਰ ਤਾਂ ਚਲੀਆਂਗੇ, ਯਾਨੀ ਉਹੀ ਅਧਿਕਾਰੀ, ਉਹੀ ਤਾਣਾ ਬਾਣਾ। ਹੁਣ ਵੀ ਪਤਾ ਕਰ ਲਓ, ਜਦੋਂ ਇਹ ਕਿਹਾ ਗਿਆ ਕਿ ਅਜੇ ਵੀ ਉਹ ਲੋਕ ਮਿਨਿਸਟਰ ਨੇ, ਤਾਂ ਫਿਰ ਪਰਦੇ ਤਾਂ ਚੱਕੇ ਜਾਣੇ ਚਾਹੀਦੇ ਆ। ਕਾਹਦਾ ਹੁਣ ਝਿਜਕ, ਕਾਹਦੀਆਂ ਇਹ ਗੱਲਾਂ, ਜਦੋਂ ਤੁਸੀਂ ਕਹਿੰਦੇ ਹੋ ਪੰਜਾਬ, ਮੁੱਦੇ, ਏਜੰਡੇ ਔਰ ਆਮ ਆਦਮੀ। ਮੈਂ ਭਾਸਕਰ ਸਾਹਿਬ ਟਿੱਪਣੀ ਚਾਹੁੰਦਾ, ਔਜਲਾ ਕਹਿ ਕੀ ਰਹੇ ਆ, ਟਵੀਟ ਤੁਹਾਡੇ ਕੋਲ ਆ, ਬਹਿਸ ਛਿੜੀ ਹੋਈ ਆ, ਕੈਪਟਨ ਅਮਰਿੰਦਰ ਸਿੰਘ ਜੁਰਤ ਦਿਖਾਉਣਗੇ ਜਾਂ ਐਤਕੀ ਫਿਰ ਐਵੇਂ ਡੰਗ ਟਪਾਈ ਕਰਨਗੇ? ਦੇਖੋ, ਪਹਿਲਾ ਟਵੀਟ ਜਿਹੜਾ ਔਜਲਾ ਸਾਹਿਬ ਦਾ ਆਇਆ ਕੱਲ, ਉਹਨੇ ਇਹ ਗੱਲ ਤੇ ਸਾਬਿਤ ਕਰਤੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਉਸ 7 ਪੇਜ ਦੇ ਲੈਟਰ ਦੇ ਵਿੱਚ ਬਾਕੀ ਗੱਲਾਂ ਉਹੀ ਲਿਖੀਆਂ ਜਿਹੜੀ ਐਕਸਪੈਕਟਡ ਸੀਗੀ। ਪਰ ਇਹ ਗੱਲ ਐਕਸਪੈਕਟਡ ਨਹੀਂ ਸੀਗੀ ਕਿ ਉਹ ਐਲੀਗੇਸ਼ਨ ਲਾਉਂਦੇ ਨੇ ਕਿ ਉਹਨਾਂ ਦੇ ਟਾਈਮ ਦੇ ਵਿੱਚ ਉਹਨਾਂ ਦੀ ਕੈਬਨਿਟ ਦੇ ਕਈ ਮੰਤਰੀ ਤੇ ਬਹੁਤ ਸਾਰੇ ਵਿਧਾਇਕ ਜਿਹੜੇ ਇਲੀਗਲ ਮਾਈਨਿੰਗ ਹੋਏ, ਡਰੱਗ ਰੈਕਟ ਹੋਏ, ਉਹਦੇ ਵਿੱਚ ਇਨਵੋਲਵ ਸੀਗੇ, ਤੇ ਮੈਂ ਐਕਸ਼ਨ ਇਸ ਕਰਕੇ ਨਹੀਂ ਲਿੱਤਾ ਕਿਉਂਕਿ ਕਾਂਗਰਸ ਦੀ ਬਦਨਾਮੀ ਹੋਣੀ ਸੀ। ਇਹਦੇ ਵਿੱਚ ਉਹ ਆਪ ਵੀ ਇਸ ਸਾਰੀ ਗੱਲ ਦੇ ਧਿਰ ਬਣ ਜਾਂਦੇ ਨੇ। ਪਰ ਜਿਹੜੇ ਐਲੀਗੇਸ਼ਨ ਅਪੋਜੀਸ਼ਨ ਪਾਰਟੀਆਂ ਲਾਉਂਦੀ ਸੀਗੀ, ਔਰ ਹੁਣ ਉਹ ਅਪੋਜੀਸ਼ਨ ਪਾਰਟੀ ਬਣ ਗਏ ਨੇ, ਯਾਨੀ ਇੱਕ ਪਾਰਟੀ ਧਿਰ ਐਦਾਂ ਦੇ ਬਣ ਗਏ ਨੇ ਜਿਹੜੇ ਸਰਕਾਰ ਦੇ ਅਗੇਂਸਟ ਬੋਲੇਗੀ ਵੀ, ਕੰਮ ਵੀ ਕਰੇਗੀ। ਤੇ ਇਸ ਐਲੀਗੇਸ਼ਨ ਤੋਂ ਬਾਹਰ ਹੋ ਕੇ ਜਾਣਾ, ਪਰ ਨਾ ਦੱਸਣਾ, ਉਹ ਵੀ ਇੱਕ ਰਾਜਨੀਤੀ ਦਾ ਪਾਰਟ ਹੈ। ਪਰ ਔਜਲਾ ਉਹਨਾਂ ਨੇ ਜਿਹੜਾ ਟਵੀਟ ਕੀਤਾ ਹੈ, ਉਹਦੇ ਹਿਸਾਬ ਨਾਲ ਜਾਂ ਤੇ ਨਾ ਦੱਸੋ, ਜਾਂ ਫਿਰ ਐਦਾਂ ਹੀ ਕੋਈ ਹੋਰ ਪਾਰਟੀ ਬਣਾ ਕੇ ਤੁਸੀਂ ਰਿਜ਼ਰਵੇਸ਼ਨਸ ਨੂੰ ਕੰਟੀਨਿਊ ਰੱਖਦੇ ਹੋ। ਉਹ ਆਪਣੇ ਆਪ ਵਿੱਚ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਕੋਈ ਫਾਇਦੇ ਦਾ ਸੌਦਾ ਹੈ। ਔਰ ਇਸ ਮੁੱਦੇ ਦੇ ਉੱਤੇ ਦੂਜੀ ਪੋਲੀਟੀਕਲ ਪਾਰਟੀਆਂ ਨੇ ਵੀ ਅਟੈਕ ਸ਼ੁਰੂ ਕਰਤਾ ਹੈ। ਅਕਾਲੀ ਦਲ ਭਾਵੇਂ ਅੱਜ ਬੀਜੇਪੀ ਤੋਂ ਅਲੱਗ ਨਜ਼ਰ ਆਉਂਦੀ ਹੈ, ਪਰ ਅੰਦਰ ਖਾਤੇ ਇਹ ਵੀ ਗੱਲਾਂ ਨਿਕਲਦੀ ਹੈ ਕਿ ਅਕਾਲੀ ਦਲ ਹਜੇ ਵੀ ਬੀਜੇਪੀ ਦੇ ਨਾਲ ਮਿਲ ਕੇ ਰਾਜਨੀਤੀ ਕਰ ਰਹੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਬੀਜੇਪੀ ਦੇ ਨਾਲ ਸੀਟ ਐਡਜਸਟਮੈਂਟ ਦੀ ਗੱਲ ਕਰਦੇ ਨੇ। ਇੱਦਾਂ ਦੇ ਹਾਲਾਤ ਵਿੱਚ ਕਾਂਗਰਸ ਦੇ ਉੱਤੇ ਜਾਂ ਕਾਂਗਰਸ ਦੇ ਕੁਝ ਮੰਤਰੀਆਂ ਦੇ ਉੱਤੇ, ਵਿਧਾਇਕਾਂ ਦੇ ਉੱਤੇ ਐਲੀਗੇਸ਼ਨ ਲਾ ਕੇ ਔਰ ਉਹਨਾਂ ਦਾ ਨਾ ਦੱਸਣਾ ਆਪਣੇ ਆਪ ਵਿੱਚ ਇੱਕ ਰਾਜਨੀਤੀ ਦਾ ਪਾਰਟ ਤੇ ਹੋ ਸਕਦਾ। ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਕਿਹਾ ਹੈ ਕਿ ਇਲੀਗਲ ਮਾਈਨਿੰਗ ਜਿਹੜੀ ਅਕਾਲੀਆਂ ਦੇ ਟਾਈਮ ਚੱਲਦੀ ਸੀ, ਉਸ ਤੋਂ ਬਾਅਦ ਉਹੀ ਇਲੀਗਲ ਮਾਈਨਿੰਗ ਨੂੰ ਕਾਂਗਰਸੀ ਕਰ ਰਹੇ ਨੇ। ਪੱਗਾਂ ਚੇਂਜ ਹੋ ਗਈਆਂ, ਲੇਕਿਨ ਕੰਮ ਉਹੀ ਹੈਗੇ ਆ। 75-25 ਦੀ ਰਾਜਨੀਤੀ ਜਿਹੜੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਜਿਹੜੇ ਐਲੀਗੇਸ਼ਨ ਬਠਿੰਡੇ ਦੇ ਵਿੱਚੋਂ ਲਾਏ ਸੀਗੇ 2019 ਦੇ ਵਿੱਚ, ਉਹਨਾਂ ਗੱਲਾਂ ਦੇ ਉੱਤੇ ਕੈਪਟਨ ਸਾਹਿਬ ਨੂੰ ਜਾਣਾ ਪਿਆ। ਉਸ ਰਾਜਨੀਤੀ ਦਾ ਹੀ ਇੱਕ ਪਾਰਟ ਸੀਗਾ ਕਿ ਜਿਹੜੀ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਆਪਣੇ 7 ਪੇਜ ਦੇ ਲੈਟਰ ਦੇ ਵਿੱਚ ਕਹਿ ਰਹੇ ਨੇ ਕਿ ਸਾਡੇ ਵੀ ਕਾਫੀ ਸਾਰੇ ਵਿਧਾਇਕ ਤੇ ਮੰਤਰੀ
ਇਸ ਤਰੀਕੇ ਦੇ ਕਾਰੋਬਾਰ ਦੇ ਵਿੱਚ ਇਨਵੋਲਵ ਸੀਗੇ। ਹੁਣ ਇਹ ਰਾਜਨੀਤੀ ਅਗਲੇ ਹਿੱਸੇ ਤੱਕ ਜਾਏਗੀ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਹੌਲੇ-ਹੌਲੇ ਕਰਕੇ ਸ਼ਾਇਦ ਨਾਂ ਦੱਸਣੇ ਪੈਣ, ਸਬੂਤ ਦੇਣੇ ਪੈਣ ਔਰ ਇਹਨਾਂ ਸਬੂਤਾਂ ਦੇ ਉੱਤੇ ਉਹ ਆਪਣੀ ਰਾਜਨੀਤੀ ਦਾ ਖੇਡ ਅੱਗੇ ਵਧਾਉਣਾ ਚਾਹੁੰਦੇ ਨੇ, ਜਿਹੜੀ ਕਿ ਰਾਜਨੀਤੀ ਦੇ ਵਿੱਚ ਕੋਈ ਬਹੁਤ ਵਧੀਆ ਗੱਲ ਨਹੀਂ ਹੁੰਦੀ, ਕਿਉਂਕਿ ਐਲੀਗੇਸ਼ਨ ਉਹਨਾਂ ਦੇ ਖਿਲਾਫ ਵੀ ਬਹੁਤ ਸਾਰੇ ਲੱਗਣਗੇ। ਜਿਹੜੀ ਇੰਟੈਲੀਜੈਂਸ ਏਜੰਸੀਆਂ ਪਹਿਲੇ ਕੈਪਟਨ ਸਾਹਿਬ ਨੂੰ ਰਿਪੋਰਟ ਕਰਦੀ ਸੀ, ਅੱਜ ਉਹ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਰਿਪੋਰਟ ਕਰਦੀ ਹੈ। ਇਹਨਾਂ ਕੋਲ ਵੀ ਬਹੁਤ ਸਾਰੀ ਇੱਦਾਂ ਦੀ ਗੱਲਾਂ ਆਉਣਗੀਆਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਹੈ। ਰਾਜਨੀਤੀ ਦਾ ਇੱਕ ਰੂਲ ਹੁੰਦਾ ਹੈ, ਚਾਹੇ ਉਹ ਲਿਖਿਆ ਨਹੀਂ ਜਾਂਦਾ, ਭਾਵੇਂ ਕਿਹਾ ਨਹੀਂ ਜਾਂਦਾ, ਪਰ ਆਪਸੀ ਅੰਡਰਸਟੈਂਡਿੰਗ ਹੁੰਦੀ ਹੈ। ਮੈਂ ਤੇਰੇ ਤੇ ਨਹੀਂ ਐਲੀਗੇਸ਼ਨ ਲਾਉਂਗਾ, ਮੈਂ ਤੈਨੂੰ ਨਹੀਂ ਫੜੂੰਗਾ, ਤੂੰ ਮੈਨੂੰ ਨਾ ਫੜੀ। ਇਸ ਰਾਜਨੀਤੀ ਦੇ ਉੱਤੇ ਭਾਵੇਂ ਅਕਾਲੀ ਹੋਣ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ, ਜਾਂ ਹੁਣ ਚੰਨੀ ਉਹਨਾਂ ਦਾ ਚਲੋ ਨਵੇਂ ਮੁੱਖ ਮੰਤਰੀ ਬਣੇ ਨੇ, ਪਰ ਇਸ ਰਾਜਨੀਤੀ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਰਾਜਨੀਤੀ ਚੱਲਦੀ ਹੈ। ਔਰ ਇਹੀ ਕਾਰਨ ਹੈ ਕਿ ਰਾਜਨੀਤੀ ਸ਼ਬਦ ਹੀ ਬਦਨਾਮ ਹੋ ਗਿਆ ਹੈ ਕਿ ਜਦ ਤੁਸੀਂ ਇੱਕ ਪਾਰਟੀ ਦੇ ਵਿੱਚ ਹੁੰਦੇ ਹੋ ਤਦ ਸਭ ਕੁਝ ਚੰਗਾ ਹੁੰਦਾ ਹੈ, ਜਦ ਤੁਸੀਂ ਉਸ ਪਾਰਟੀ ਦੇ ਖਿਲਾਫ ਚਲੇ ਜਾਂਦੇ ਹੋ ਤੇ ਤੁਹਾਨੂੰ ਉਸ ਪਾਰਟੀ ਦੇ ਵਿੱਚ ਵੀ ਗੰਦ ਨਜ਼ਰ ਆਉਂਦਾ ਹੈ। ਭਾਸਕਰ ਸਾਹਿਬ ਮੈਨੂੰ ਬਹੁਤ ਸਵਾਦ ਆ ਰਿਹਾ ਜੇ ਮੈਂ ਸਾਫ਼ ਲਫ਼ਜ਼ਾਂ 'ਚ ਮੰਨ ਲਈ ਨਾ, ਕਿਉਂਕਿ ਆਪਣੀ ਪਿੰਡੂ ਜੀ ਸ਼ੈਲੀ ਹੈ, ਆਪਾਂ ਕੋਈ ਲੁਕਾ ਨਹੀਂ ਰੱਖਦੇ। ਆਹ ਰਾਜਨੀਤੀ ਜਿਹੜੀ ਸੀ ਨਾ, ਜਿੱਦਾਂ ਪਿੰਡ ਦੇ ਗਰਾਊਂਡ ਦੇ ਵਿੱਚ ਪਿੰਡ ਦੇ ਮੁੰਡੇ ਰਲ ਕੇ ਹਾਕੀ ਖੇਡਣ ਲੱਗ ਪੈਣ ਤੇ ਆਪਸ ਵਿੱਚ ਹੀ ਵੰਡ ਲੈਂਦੇ ਨਾ ਖਿਡਾਰੀ, ਤੇ ਇੱਕ ਦਿਨ ਉਹ ਜਿੱਤ ਗਿਆ, ਦੂਜੇ ਦਿਨ ਕਿਸੇ ਨੂੰ ਬਹੁਤਾ ਗਿਲਾ ਨਹੀਂ ਹੁੰਦਾ, ਬਾਲ ਇੱਕ ਦੂਜੇ ਦੇ ਗੋਲਾਂ ਵੱਲ ਤੁਰੀ ਫਿਰਦੀ ਹੁੰਦੀ, ਬਸ ਐਂ ਹੀ ਸੀ। ਰਾਜਨੀਤੀ ਖੁੱਲ ਗਈ ਆ। ਦੇਖੋ ਨਵਜੋਤ ਸਿੰਘ ਸਿੱਧੂ ਦਾ ਇਸ ਸਿਆਸਤ ਵਿੱਚ ਕੁਝ ਬਣੇ ਨਾ ਬਣੇ, ਲੇਕਿਨ ਨਵਜੋਤ ਸਿੰਘ ਸਿੱਧੂ ਦੇ 2 ਸਾਲ ਦੇ ਵਿਰੋਧ ਨੇ ਔਰ ਕੈਪਟਨ ਅਮਰਿੰਦਰ ਸਿੰਘ ਲਗਭਗ ਆਪਣੀ ਟਰਮ ਪੂਰੀ ਕਰਨ ਦੇ ਸਿਰੇ ਤੇ ਆ ਕੇ ਉਤਰ ਜਾਂਦੇ। ਤੇ ਹੁਣ ਦੀ ਜਿਹੜੀ ਰਾਜਨੀਤੀ ਵੀ ਹੈ, ਦੇਖੋ ਬੜੀ ਦਿਲਚਸਪ ਜੀ ਗੇਮ ਆ ਕਿ ਪਰਸੋਂ ਤੱਕ ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ 'ਚ ਖਲੋਤੇ ਨਜ਼ਰ ਆਉਂਦੇ ਸੀ। ਉਦੋਂ ਉਹਨਾਂ ਨੂੰ ਬਿਜਲੀ ਦੇ ਸਸਤੇ ਰੇਟ ਵੀ ਨਹੀਂ ਸੀ ਪਾਉਂਦੇ, ਲੇਕਿਨ ਕੱਲ ਸ਼ਾਮ ਤੱਕ ਉਹ ਕਾਂਗਰਸ ਪਾਰਟੀ ਦੇ ਸਦਰ ਵਜੋਂ, ਪ੍ਰਦੇਸ਼ ਸਦਰ ਵਜੋਂ ਪ੍ਰਧਾਨਗੀ ਕਰ ਰਹੇ ਸੀ ਔਰ ਉੱਥੇ ਉਹ ਐਲਾਨ ਕਰ ਰਹੇ ਸੀ ਕਿ ਆਪਾਂ ਲੜ ਕੇ ਜਿੱਤਣਾ ਹੈ ਤੇ ਮੈਂ ਥੋੜੇ ਦਿਨਾਂ ਤੱਕ ਕੰਪੇਨ ਸ਼ੁਰੂ ਕਰ ਰਿਹਾ। ਹੁਣ ਦੇਖੋ ਸ਼ਿਫਟ ਕਿੱਦਾਂ ਹੁੰਦਾ ਹੈ। ਸਿੱਧੂ ਵਾਲੀ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਜਾ ਖੜੇ, ਕੈਪਟਨ ਅਮਰਿੰਦਰ ਸਿੰਘ ਵਿਰੋਧ 'ਚ ਖੜ ਕੇ ਸਿੱਧੂ ਹੱਕ 'ਚ ਆ ਗਏ। ਪੰਜਾਬ ਦੇ ਮੁੱਦੇ ਉਵੇਂ ਹੀ ਕਾਇਮ, ਅੱਗੇ ਨਾਲੋਂ ਵੱਡੇ ਹੋ ਗਏ, ਵਿਸ਼ਾਲ ਹੋ ਗਏ। ਕਰਪਸ਼ਨ ਜਿਹੜੀ ਦੱਬੀ ਸੀ, ਕਰਪਸ਼ਨ ਜਿਹੜੀ ਬੇਅਦਬੀ ਵਰਗੇ ਮਾਮਲਿਆਂ ਦੇ ਥੱਲੇ ਦੱਬੀ ਹੋਈ ਸੀ, ਲੋਕ ਭਾਵਨਾਵਾਂ ਦਾ ਮਸਲਾ ਸੀ, ਅੱਜ ਉਹ ਉੱਭਰ ਕੇ ਆ ਗਈ ਹੈ। ਜੇ ਪੰਜਾਬ ਦੇ ਲੋਕ ਇਹਨੂੰ ਬਹਿਸ ਦਾ ਵਿਸ਼ਾ ਬਣਾਉਣ, ਕਿਉਂਕਿ ਸਭ ਪੁਆੜੇ ਦੀ ਜੜ ਇਸੇ ਗੱਲ 'ਚ ਹੈ ਕਿ ਟਰਾਂਸਪੇਰੈਂਸੀ ਹੈ ਨਹੀਂ, ਪਾਰਦਰਸ਼ਤਾ ਹੈ ਨਹੀਂ। ਭਾਸਕਰ ਸਾਹਿਬ, ਸਭ ਤੋਂ ਵੱਡਾ ਸਿਆਪਾ ਇਸੇ ਗੱਲ ਦਾ ਹੈ ਕਿ ਅਫਸਰ, ਪੋਲੀਟੀਸ਼ੀਅਨ ਤੇ ਥੱਲੇ ਦੇ ਤੱਕ ਦਾ ਢਾਂਚਾ ਰਲ ਜਾਂਦਾ ਹੈ ਤੇ ਉਹ ਰਲ ਕੇ ਚੋਰ ਮੋਰੀਆਂ ਘਰਾਂ ਨੂੰ ਚਲੇ ਜਾਂਦੀਆਂ, ਜਿਹੜੀਆਂ ਲੋਕਾਂ ਦੇ ਖਜ਼ਾਨੇ ਦੇ ਵਿੱਚ, ਪੰਜਾਬ ਦੇ ਖਜ਼ਾਨੇ 'ਚ ਲੋਕਾਂ ਲਈ ਆਉਣੀਆਂ ਹੁੰਦੀਆਂ। ਇਹ ਸੰਕਟ ਅਕਾਲੀ ਦਲ ਤੋਂ ਸ਼ੁਰੂ ਹੋਇਆ। ਉਦੋਂ ਜਦੋਂ ਰਾਜਾ ਰਾਜ ਵਪਾਰ ਕਰਨ ਲੱਗ ਪਏ, ਉਦੋਂ ਜਦੋਂ ਉਹਦੇ ਐਲਕਾਰ ਤੇ ਵਜ਼ੀਰ ਵਪਾਰ ਕਰਨ ਲੱਗ ਪੈਣ, ਉਹਨਾਂ ਕੋਲ ਜਿਹੜੀਆਂ ਜ਼ਿੰਮੇਵਾਰੀਆਂ ਤੇ ਅਹੁਦੇ ਹੁੰਦੇ ਆ, ਉਹਦੇ ਵਿੱਚ ਜਿੱਥੇ ਜਿੱਥੇ ਵਪਾਰ ਦੀ ਸੰਭਾਵਨਾ ਹੋਵੇ ਅਹੁਦੇ ਦੀ ਦੁਰਵਰਤੋਂ ਹੋਈ ਆ। ਨਵੀਆਂ ਯੂਨੀਵਰਸਿਟੀਆਂ ਖੁੱਲਣ ਤੋਂ ਲੈ ਕੇ, ਨਵੇਂ ਕਾਲਜ ਖੁੱਲਣ ਤੋਂ ਲੈ ਕੇ, ਨਵੀਂ ਡਿਸਟਿਲਰੀਆਂ ਲੱਗਣ ਤੋਂ ਲੈ ਕੇ, ਮਾਈਨਿੰਗ ਦੇ ਠੇਕਿਆਂ ਤੋਂ ਲੈ ਕੇ ਔਰ ਲਿਕਰ ਦੇ ਮਾਮਲੇ 'ਚ ਕਿੱਥੇ ਨਹੀਂ ਹੋਈ, ਹਰ ਜਗ੍ਹਾ ਹੋਈ ਆ। ਈਵਨ ਕੇਬਲ ਤੱਕ ਦੇ ਇਲਜ਼ਾਮ ਲੱਗਦੇ ਰਹੇ ਆ, ਟੈਲੀਵਿਜ਼ਨ ਚੈਨਲਾਂ ਤੱਕ ਦੀ ਗੱਲ ਹੁੰਦੀ ਰਹੀ ਆ, ਧਾਰਮਿਕ ਸੰਸਥਾਵਾਂ ਦੇ ਵਿੱਚ ਵੀ ਅਖਤਿਆਰ ਤੇ ਅਧਿਕਾਰ ਲੈਣ ਤੱਕ ਦੀ ਗੱਲ ਆ ਗਈ ਕਿ ਗੁਰਬਾਣੀ ਪ੍ਰਸਾਰਣ ਤੱਕ ਦੇ ਵੀ ਇਲਜ਼ਾਮ ਲੱਗੇ। ਮੈਂ ਤਾਂ ਇਹ ਕਹਿਣਾ ਹੈ ਕਿ ਟਰਾਂਸਪੇਰੈਂਸੀ ਦੀ ਅਣਹੋਂਦ ਕਰਕੇ, ਸਭ ਲੁਕਿਆ ਹੋਣ ਕਰਕੇ ਜਿਹੜਾ ਇੱਕ ਲੁੱਟ ਦਾ ਸਿਲਸਿਲਾ ਸੀ ਉਹ ਬਾਦਸਤੂਰ ਸੀ। ਅੱਜ ਜਦੋਂ ਗੱਲ ਖੁੱਲ ਰਹੀ ਹੈ ਨਾ, ਓਪਨ ਹੋ ਰਹੀ ਸਿਆਸਤ, ਖੁੱਲੀ ਸਿਆਸਤ ਹੋ ਗਈ, ਉਦੋਂ ਨੰਗੇ ਹੋਣਗੇ, ਕੱਜ ਜਿਹੜੇ ਆ ਉਹ ਬੇਪਰਦ ਹੋਣਗੇ। ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਲੋਕ ਇਹਨੂੰ ਬਹਿਸ ਕਿੱਥੋਂ ਤੱਕ ਵਧਾ ਲੈਂਦੇ ਆ, ਇੰਟੈਲੈਕਚੁਅਲਸ ਇਹਨੂੰ ਕਿੰਨਾ ਅੱਗੇ ਵਧਾ ਲੈਂਦੇ ਆ। ਜੇ ਗੁਰਜੀਤ ਸਿੰਘ ਔਜਲਾ ਨੇ ਗੱਲ ਛੇੜੀ ਆ ਤੇ ਗੱਲ ਰੁਕੇ ਕਿਉਂ? ਗੱਲ ਇੱਕ ਟਵੀਟ ਤੱਕ ਸੀਮਤ ਕਿਉਂ ਰਵੇ? ਲਗਾਤਾਰ ਪੂਰਾ ਦਿਨ ਇਹਨਾਂ ਤੇ ਬਹਿਸਾਂ ਕਿਉਂ ਨਹੀਂ ਆਉਂਦੀਆਂ? ਸਾਨੂੰ ਲਿਹਾਜ਼ ਕਿਉਂ ਮਾਰਦੇ ਆ? ਸਾਨੂੰ ਕਿਸੇ ਵਜ਼ੀਰ ਨਾਲ ਬਗਲਗੀਰ ਹੋਣਾ, ਕਿਸੇ ਦੇ ਹੱਥ ਘੁੱਟਣੀ ਦਾ ਅਸਰ ਕਿਉਂ ਹੋਵੇ? ਅਸੀਂ ਜੇ ਕੈਮਰਿਆਂ ਦੇ ਉੱਤੇ ਆ ਤਾਂ ਸਾਡੀ ਜਿਹੜੀ ਔਕਾਤ ਹੈ ਇਸੇ ਗੱਲ ਤੇ ਨਿਰਭਰ ਹੁੰਦੀ ਹੈ ਕਿ ਅਸੀਂ ਕਿਹਦੇ ਖਿਲਾਫ ਜਾਂ ਕਿਹਦੇ ਹੱਕ 'ਚ ਬੋਲ ਲੈਂਦੇ ਆ। ਕੀ ਅਸੀਂ ਸੱਤਾ ਤੋਂ ਡਰਦੇ ਆ? ਬਹੁਤ ਵੱਡੇ ਸਵਾਲ ਖੜੇ ਹੋ ਗਿਆ ਕਿ ਜੇ ਅਗਲੀਆਂ ਪੀੜ੍ਹੀਆਂ ਲਈ ਕੁਝ ਕਰਨਾ ਹੈ ਤਾਂ ਹਰ ਬੰਦੇ ਨੂੰ ਕੰਟਰੀਬਿਊਟ ਕਰਨਾ ਪਏਗਾ। ਤੁਹਾਡੇ ਆਸੇ-ਪਾਸੇ 'ਚ ਜੋ ਕੁਝ ਵੀ ਵਾਪਰ ਰਿਹਾ ਤੁਹਾਡਾ ਹੀ ਆ, ਉਹ ਕਿਸੇ ਹੋਰ ਦਾ ਨਹੀਂਗਾ। ਲੇਕਿਨ ਸੱਤਾ ਦੇ ਵਿੱਚ ਕੋਈ ਵੀ ਧਿਰ ਆਉਂਦੀ ਆ, ਰੱਜ ਕੇ ਦੋਹੀਂ ਹੱਥੀਂ ਉਹਦਾ ਇਸਤੇਮਾਲ ਕਰ ਲੈਂਦੀ ਆ, ਚੰਗਾ ਹੋਵੇ ਖਜ਼ਾਨਿਆਂ ਲਈ, ਹੋਵੇ ਸਰਕਾਰ ਦਿਆਂ ਲਈ, ਲੇਕਿਨ ਇਹ ਘਰ ਦੇ ਵਿੱਚ ਆਪਣੇ ਆਪ ਲਈ ਖਿੱਚ ਆ ਜਾਂਦੀ ਆ। ਬੜੀ ਸੋਹਣੀ ਗੱਲ ਲੱਗੀ ਮੈਨੂੰ ਰਾਜਾ ਵੜਿੰਗ ਦੀ, ਕਿਸੇ ਦੀ ਸਿਫਤ ਕਰਨੀ ਚੰਗੀ ਹੁੰਦੀ ਹੈ। ਕੱਲ ਜਦੋਂ
ਇੱਕ ਰੋਡਵੇਜ ਦੇ ਡਰਾਈਵਰ ਨੇ ਜਾਂ ਕੰਡਕਟਰ ਨੇ ਫੋਨ ਕਰਕੇ ਰਾਜਾ ਵੜਿੰਗ ਨੂੰ ਕਿਹਾ ਕਿ ਜ਼ੋਰਾਵਰਾਂ ਨੇ ਸਾਡੀ ਬੱਸ ਦੀਆਂ ਸਵਾਰੀਆਂ ਲਾ ਲਈਆਂ ਤੇ ਬੰਦਾ ਨੰਗੀ ਪੈਰੀ ਭੱਜਾ ਗਿਆ। ਮੌਕੇ ਤੇ ਜਾ ਕੇ ਪੁਲਿਸ ਕਾਰਵਾਈ ਕਰਵਾਈ। ਉਹ ਬੱਸ ਜਿਹੜੀ ਸਰਕਾਰੀ ਖਜ਼ਾਨੇ ਦੇ ਵਿੱਚ ਪੈਸੇ ਜਾਣੇ ਸੀ, ਜਿਹਨੇ ਸਾਰਾ ਦਿਨ ਉਵੇਂ ਹੀ ਚੱਲਣਾ ਸੀ, ਉਹਦੇ ਵਿੱਚ ਸਵਾਰੀਆਂ ਭਰਵਾਈਆਂ ਵੀ, ਗੱਲ ਅੱਗੇ ਵੀ ਵਧੀ। ਮੈਨੂੰ ਨਹੀਂ ਪਤਾ ਉਹ 'ਚ ਠੀਕ ਕੌਣ ਆ ਗਲਤ ਕੌਣ ਆ, ਹੋ ਸਕਦਾ ਕਿਧਰੇ ਸਰਕਾਰੀ ਧਿਰ ਵੀ ਗਲਤ ਹੁੰਦੀ ਹੋਵੇ, ਸਾਨੂੰ ਨਹੀਂ ਪਤਾ, ਨਾ ਅਸੀਂ ਉਹਨਾਂ ਤੱਥਾਂ ਨੂੰ ਜਾਣਦੇ ਆ, ਪਰ ਗੱਲ ਬੰਦਾ ਨਜ਼ਰ ਤਾਂ ਆਇਆ ਨਾ। ਉਹ ਆਪਣੇ ਇੱਕ ਕਰਿੰਦੇ ਆਪਣੇ ਇੱਕ ਇੰਪਲਾਈ ਦੇ ਕਹਿਣ ਤੇ ਭੱਜਾ ਤੇ ਗਿਆ ਨਾ। ਭਾਸਕਰ ਸਾਹਿਬ, ਇਹ ਸਿਆਸਤ ਮੁੜਨੀ ਚਾਹੀਦੀ ਆ। ਇਹ ਜ਼ਿੰਮੇਵਾਰੀ ਵਾਲੀ ਸਿਆਸਤ ਆ, ਟਰਾਂਸਪੇਰੈਂਸੀ ਵਾਲੀ, ਅਕਾਊਂਟੇਬਿਲਟੀ ਵਾਲੀ ਹੈ, ਜਵਾਬਦੇਹੀ ਵਾਲੀ ਹੈ। ਕੀ ਕਹਿੰਦੇ? ਰੰਦਾਵਰੀ, ਸਿਆਸਤ ਦੇ ਕਈ ਰੰਗ ਹੁੰਦੇ ਆ। ਕੈਪਟਨ ਸਾਹਿਬ 7 ਪੇਜ ਦੀ ਚਿੱਠੀ ਲਿਖਦੇ ਨੇ, ਉਹਦੇ ਵਿੱਚ ਸਭ ਤੋਂ ਜ਼ਿਆਦਾ ਸੋਲਿਡ ਪੁਆਇੰਟ ਕਹਿ ਲਓ ਜਾਂ ਕੰਟਰੋਵਰਸ਼ੀਅਲ ਪੁਆਇੰਟ ਕਹਿ ਲਓ, ਉਹ ਐਵੇਂ ਕਿ ਮੇਰੇ ਹੀ ਕੈਬਨਿਟ ਦੇ ਵਿੱਚ ਵੀ ਕੁਝ ਮੰਤਰੀ ਤੇ ਵਿਧਾਇਕ ਉਹ ਵੀ ਡਰੱਗ ਦੇ ਕੇਸਾਂ ਦੇ ਵਿੱਚ, ਮਾਈਨਿੰਗ ਮਾਫੀਆ ਦੇ ਵਿੱਚ ਇਨਵੋਲਵ ਸੀਗੇ। ਦੂਜੇ ਪਾਸੇ ਚੰਨੀ ਉਹਨਾਂ 3 ਰੁਪਏ ਯੂਨਿਟ ਬਿਜਲੀ ਕਰਦੇ ਨੇ, ਉਹਦਾ ਵਿਰੋਧ ਕੌਣ ਕਰਦਾ ਹੈ? ਨਵਜੋਤ ਸਿੰਘ ਸਿੱਧੂ, ਲੋਲੀਪੌਪ ਦੀ ਰਾਜਨੀਤੀ ਕਹਿ ਕੇ ਕਿ ਇਹਦੇ ਚੱਕਰਾਂ 'ਚ ਨਾ ਆਣਾ। ਔਰ ਸਭ ਤੋਂ ਜ਼ਿਆਦਾ ਲੱਡੂ ਕੌਣ ਵੰਡਦਾ ਹੈ? ਉਹ 2 ਮੰਤਰੀ ਜਿਹੜੇ ਕੈਬਨਿਟ ਤੋਂ ਕੱਢੇ ਗਏ ਸੀਗੇ। ਤੁਹਾਨੂੰ ਯਾਦ ਹੋਏਗਾ ਧਰਮਸੋਤ ਉਹਨਾਂ ਨੇ ਜਿਸ ਤਰੀਕੇ ਨਾਲ ਭੰਗੜੇ ਪਾਏ, ਲੱਡੂ ਖਾਏ, ਔਰ ਦੂਜੇ ਪਾਸੇ ਸੁੰਦਰ ਸ਼ਾਮ ਅਰੋੜਾ, ਇਹ 2 ਉਹ ਮੰਤਰੀ ਸੀਗੇ ਜਿਹੜੇ ਅਨਸੈਰੇਮੋਨੀਅਸਲੀ ਇਸ ਕੈਬਨਿਟ ਤੋਂ ਡ੍ਰੌਪ ਕੀਤੇ ਗਏ ਸੀ। ਸਭ ਤੋਂ ਜ਼ਿਆਦਾ ਭੰਗੜੇ ਇਹਨਾਂ ਨੇ ਪਾਏ। ਯਾਨੀ ਰਾਜਨੀਤੀ ਦੇ ਰੰਗਾਂ ਦੀ ਗੱਲ ਕਰਦੇ ਹੋਏ ਕੌਣ ਕੀ ਕਹਿ ਰਿਹਾ, ਜਿੱਦਾਂ ਤੁਸੀਂ ਰਾਜਾ ਵੜਿੰਗ ਦੀ ਗੱਲ ਕੀਤੀ, ਉਹ ਐਕਸ਼ਨ ਮੋਡ ਤੇ ਹੈ, ਔਰ ਹੋਰ ਕੋਈ ਵੀ ਮੰਤਰੀ ਕਿਸੇ ਵੀ ਐਕਸ਼ਨ ਮੋਡ ਦੇ ਵਿੱਚ ਨਹੀਂ ਦੇਖਿਆ ਗਿਆ। ਜਿਨ੍ਹਾਂ ਗੱਲਾਂ ਕਰਕੇ ਭਾਵੇਂ ਸਾਡੇ ਹੋਮ ਮਿਨਿਸਟਰ ਹੀ ਹੈ, ਉਹ 4 ਮੁਲਾਜ਼ਮਾਂ ਨੂੰ ਸਸਪੈਂਡ ਕਰਦੇ ਨੇ, ਚੈਕਿੰਗ ਕਰਦੇ ਨੇ ਕਿਹੜੇ ਪਹੁੰਚੇ ਕਿਹੜੇ ਨਹੀਂ ਪਹੁੰਚੇ, ਲੇਕਿਨ ਬੇਅਦਬੀਆਂ ਦੇ ਮੁੱਦੇ ਤੇ ਜਿਹਦੇ ਵਿੱਚ ਉਹ ਸਭ ਤੋਂ ਜ਼ਿਆਦਾ ਵੋਕਲ ਸੀਗੇ ਹੋਮ ਮਿਨਿਸਟਰ ਬਣਨ ਤੋਂ ਪਹਿਲੇ, ਉਹਦੇ ਉੱਤੇ ਬਿਲਕੁਲ ਚੁੱਪੀ ਧਾਰ ਲੈਂਦੇ ਨੇ। ਡਰੱਗ ਦੇ ਮੁੱਦੇ, ਜਿਸ ਮੁੱਦਿਆਂ ਦੇ ਉੱਤੇ ਉਹ ਆਪਣੇ ਹੀ ਮੁੱਖ ਮੰਤਰੀ ਜਿਨ੍ਹਾਂ ਨੂੰ ਲਾ ਦਿੱਤਾ ਗਿਆ, ਕੈਪਟਨ ਅਮਰਿੰਦਰ ਸਿੰਘ, ਐਲੀਗੇਸ਼ਨ ਲਾਤੇ ਸੀਗੇ ਕਿ ਇਹ ਬਾਦਲਾਂ ਨਾਲ ਰਲੇ ਹੋਏ ਨੇ। ਹੁਣ ਉਸ ਤਰ੍ਹਾਂ ਦੇ ਹੀ ਐਲੀਗੇਸ਼ਨਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ। ਰਾਜਨੀਤੀ ਦੇ ਰੰਗਾਂ ਦੀ ਗੱਲ ਕਰ ਰਹੇ ਹਾਂ, ਅੱਗੇ ਚੱਲ ਕੇ ਤੁਹਾਨੂੰ ਇਦਾਂ ਦੇ ਰੰਗ ਹੋਰ ਵੀ ਦੇਖਣ ਨੂੰ ਮਿਲਣਗੇ। ਅਸੀਂ ਬਾਰ-ਬਾਰ ਆਪਣੇ ਪ੍ਰੋਗਰਾਮ ਦੇ ਰਾਹੀਂ ਇਹ ਗੱਲ ਕਹਿੰਦੇ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੇ ਵਿੱਚ ਜਿਹੜੀ ਚੋਣਾਂ ਹੋਣੀ ਹੈ, ਉਹਦੇ ਵਿੱਚ ਬਹੁਤ ਹੀ ਇੰਟਰਸਟਿੰਗ ਗੱਲ ਹੋਣੀ ਹੈ। ਔਰ ਇਦਾਂ ਦੇ ਇਲੈਕਸ਼ਨ ਪੰਜਾਬ ਨੇ ਕਦੀ ਦੇਖੇ ਨਹੀਂ ਹੋਣੇ, ਕਿਉਂਕਿ ਅੱਜ ਤੋਂ ਪਹਿਲੇ ਜਦ ਕੋਈ ਨਵੀਂ ਧਿਰ ਬਣਦੀ ਹੈ ਤੇ ਉਹ ਪਹਿਲੇ ਇਲੈਕਸ਼ਨ ਲੜਨ ਤੋਂ ਪਹਿਲੇ ਜਾਂ ਬਾਅਦ ਚੋਂ ਖਤਮ ਹੋ ਜਾਂਦੀ। ਤੋੜਾ ਸਾਹਿਬ ਦਾ ਜ਼ਿਕਰ ਹੁੰਦਾ ਬਹੁਤ ਵਾਰ ਕਿ ਤੋੜਾ ਸਾਹਿਬ ਵਰਗੇ ਕੱਦਵਾਰ ਨੇਤਾ ਵੀ ਵੱਖਰੀ ਪਾਰਟੀ ਬਣਾ ਕੇ ਅਗਰ ਫੇਲ ਹੋ ਜਾਂਦੇ ਨੇ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਕਿੰਨੇ ਕੁ ਸਕਸੈਸਫੁਲ ਹੋ ਸਕਦੇ ਨੇ। ਫਿਰ ਕਾਂਗਰਸ ਦੇ ਵਿੱਚ ਜਿਹੜੀ ਪੋਲਿਟਿਕਸ ਦੀ ਗੱਲ ਚੱਲਦੀ ਹੈ ਤ੍ਰਿਣਮੂਲ ਕਾਂਗਰਸ ਦੀ, ਮਮਤਾ ਬੈਨਰਜੀ ਦੀ ਗੱਲ ਚੱਲਦੀ ਹੈ, ਸ਼ਰਦ ਪਵਾਰ ਉਹਨਾਂ ਦੀ ਗੱਲ ਚੱਲਦੀ ਹੈ, ਪੀਏ ਸੰਗਮਾ ਉਹਨਾਂ ਦੀ, ਇਹ ਕੁਝ ਨਾ ਜਗਨ ਰੈਡੀ ਦੀ ਵੀ ਗੱਲ ਚੱਲਦੀ ਹੈ। ਇਹ ਕੁਝ ਨਾ ਇੱਦਾਂ ਦੇ ਹੈਗੇ ਨੇ ਜੋ ਵੱਖਰੀ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਆਪਣੇ ਆਪਣੇ ਸੂਬਿਆਂ ਦੇ ਵਿੱਚ ਸਕਸੈਸਫੁਲ ਹੋਏ ਨੇ। ਪਰ ਜੇਕਰ ਕੈਪਟਨ ਅਮਰਿੰਦਰ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਇੱਕ ਪਹਿਲੀ ਧਿਰ ਹੋਏਗੀ ਜਿਹੜੀ ਵੱਖਰੀ ਰੀਜਨਲ ਪਾਰਟੀ ਬਣਾਉਣ ਤੋਂ ਬਾਅਦ ਬਿਲਕੁਲ ਧੁਰ ਵਿਰੋਧੀ ਪਾਰਟੀ ਯਾਨੀ ਭਾਜਪਾ ਦੇ ਨਾਲ ਇੱਕ ਸੀਟ ਐਡਜਸਟਮੈਂਟ ਦੀ ਗੱਲ ਕਰਦੀ ਹੈ। ਉਹਦੇ ਵਿੱਚ ਵੀ ਕੰਡੀਸ਼ਨ ਅਪਲਾਈ ਹੈ ਕਿ ਜੇ ਕਿਸਾਨੀ ਸੰਘਰਸ਼, ਕਿਸਾਨੀ ਮੁੱਦਿਆਂ ਦਾ ਹੱਲ ਹੋਇਆ ਤਾਂ ਇੱਦਾਂ ਹੋਏਗਾ। ਔਰ ਜਿੱਥੇ ਤੱਕ ਕਿਸਾਨੀ ਮੁੱਦਿਆਂ ਦਾ ਹੱਲ ਹੋਣ ਦੀ ਗੱਲ ਹੈਗੀ ਹੈ, ਉਹ ਫਿਲਹਾਲ ਛੇਤੀ ਕਿਤੇ ਨਜ਼ਰ ਨਹੀਂ ਆ ਰਹੀ, ਕਿਉਂਕਿ ਕਿਸਾਨ ਵੀ ਆਪਣੇ ਮੁੱਦੇ ਤੇ ਸਟੈਂਡ ਰੱਖਦੇ ਨੇ ਤੇ ਦੂਜੇ ਪਾਸੇ ਭਾਜਪਾ ਵੀ ਕੋਈ ਬਹੁਤੀ ਝੁਕਣ ਨੂੰ ਤਿਆਰ ਨਹੀਂ। ਭਾਸਕਰ ਸਾਹਿਬ, ਇਸ ਮਾਮਲੇ 'ਚ ਕੱਲ ਮੈਨੂੰ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਦੀ ਉਹ ਗੱਲ ਬੜੀ ਵਜਨਦਾਰ ਲੱਗੀ, ਜਿਹਦੇ 'ਚ ਉਹ ਕਹਿੰਦੇ ਕਿ ਪਾਰਟੀਆਂ ਤਾਂ ਪਹਿਲਾਂ ਵੀ ਬਣਦੀਆਂ ਰਹੀਆਂ। ਉਹਨਾਂ ਨੇ ਗੱਲ ਕੀਤੀ ਲਛਮਣ ਸਿੰਘ ਗਿੱਲ ਦੀ, ਪੰਜਾਬ ਜਨਤਾ ਪਾਰਟੀ ਦੀ। ਉਹਨਾਂ ਨੇ ਗੱਲ ਕੀਤੀ ਸਰਬ ਹਿੰਦ ਅਕਾਲੀ ਦਲ ਜਿਹੜਾ ਟੌੜਾ ਸਾਹਿਬ ਨੇ ਬਣਾਇਆ ਸੀ, ਜਿਹੜਾ ਬਾਦਲ ਦੀ ਹਾਰ ਦਾ ਕਾਰਨ ਬਣਿਆ ਸੀ। ਲੇਕਿਨ ਉਹ ਇੱਕ ਗੱਲ ਕਹਿਣਾ ਨਹੀਂ ਭੁੱਲੇ ਕੱਲ ਕਿ ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰੀ ਹੋਊਗਾ ਕਿ ਕੋਈ 2 ਵਾਰ ਦਾ ਮੁੱਖ ਮੰਤਰੀ ਨਵੀਂ ਪਾਰਟੀ ਬਣਾਵੇ ਤੇ ਉਹਦਾ ਕੇਂਦਰ 'ਚ ਹਕੂਮਤ ਜਿਹੜੀ ਕਰ ਰਹੀ ਪਾਰਟੀ ਆ, ਹਾਕਮ ਜਮਾਤ ਆ, ਉਹਦੇ ਨਾਲ ਗੱਠਜੋੜ ਹੋ ਜੇ। ਸੋ ਐਤਕੀ ਇਹਨਾਂ ਚੀਜ਼ਾਂ ਨੂੰ ਹਲਕੇ 'ਚ ਲੈਣਾ, ਸ਼ਾਇਦ ਇਤਿਹਾਸ ਨਾਲ ਜੋੜ ਕੇ ਦੇਖਣਾ ਉਹਨਾਂ ਵਾਜਬ ਨਹੀਂ ਹੋਏਗਾ। ਇਹ ਗੱਲ ਉਹਨਾਂ ਬੜਾ ਸੋਹਣਾ ਪਹਿਲੂ ਦੱਸਿਆ। ਲੇਕਿਨ ਮੈਂ ਜਿਹੜੀ ਦੂਜੀ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਹੈ ਕਿ ਇਸ ਵੇਲੇ ਜਿਹੜੀ ਰਾਜਨੀਤੀ ਦਾ ਪੱਧਰ ਹੈ ਉਹ ਵਧਣਾ ਚਾਹੀਦਾ। ਦੇਖੋ, ਬਹੁਤ ਵੱਡਾ ਸਵਾਲ ਆ, ਇਹਦੇ ਤੇ ਕੋਈ ਫੋਕਸ ਨਹੀਂ ਕਰ ਰਿਹਾ ਕਿ ਮੁੱਦੇ ਜਿਹੜੇ ਆ ਉਹਨਾਂ ਤੇ ਸਿੱਧੂ ਗੱਲ ਕਰਦਾ ਹੈ। ਉਹ ਜਦੋਂ ਸਾਰੀ ਰਾਜਨੀਤੀ ਆਉਂਦੀ ਹੈ ਉਹ ਕਹਿੰਦੇ ਸ਼ਖਸੀਅਤਾਂ ਤੇ ਜਾਂ ਮੁੱਦਿਆਂ ਤੇ। ਹੁਣ ਇਹ ਗੱਲ ਘੁੰਮਣ ਲੱਗ ਗਈ, ਲੇਕਿਨ ਕੋਈ ਡਿਸਕ੍ਰਾਈਬ ਨਹੀਂ ਕਰਦਾ ਕਿ ਮੁੱਦੇ ਹੈ ਕਿਹੜੇ ਆ। ਕੀ ਇਕੱਲਾ ਡਰੱਗ ਦਾ ਮੁੱਦਾ ਜਾਂ ਬੇਅਦਬੀਆਂ ਦਾ ਮੁੱਦਾ ਹੀ ਇੱਕ ਮੁੱਦਾ ਹੈ, ਜਾਂ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ
ਇਸ ਵੇਲੇ ਗੁਲਾਮੀ ਦੀ ਜਿਹੜੀ ਜਿਹਨੂੰ ਕਹਿੰਦੇ ਆ ਨਾ ਉਹ ਹੈਗੀ ਆ ਇਹਦੀ ਆਰਥਿਕਤਾ। ਤੁਸੀਂ ਸੈਂਟਰ ਨਾਲ ਤੁਰੇ ਬਿਨਾਂ ਚੱਲ ਹੀ ਨਹੀਂ ਸਕਦੇ। ਸਭ ਤੋਂ ਵੱਡਾ ਭਾਸਕਰ ਸਾਹਿਬ ਇਹ ਮਸਲਾ ਹੈ, ਇਹਦੇ ਉੱਤੇ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ ਕਿ ਕੋਈ ਵੀ ਮੁੱਖ ਮੰਤਰੀ ਆ ਜੇ। ਕੱਲ ਤੁਸੀਂ ਕਹਿੰਦੇ ਸੀਗੇ ਬਾਦਲ ਹੋਰੀ ਕੇਂਦਰ ਨਾਲ ਰਲੇ ਆ, ਡਾਕਟਰ ਮਨਮੋਹਨ ਸਿੰਘ ਕੋਲ ਵੀ ਉਦਾਂ ਹੀ ਫ੍ਰੀਕੁਐਂਟਲੀ ਆਉਂਦੇ ਜਾਂਦੇ ਸੀ ਜਿਵੇਂ ਇੱਕ ਪਾਰਟੀ ਦੇ ਪ੍ਰਧਾਨ ਮੰਤਰੀ ਔਰ ਮੁੱਖ ਮੰਤਰੀ ਹੋਣ। ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੋਦੀ ਸਾਹਿਬ ਨਾਲ ਇਦਾਂ ਅੱਗੇ ਆਉਂਦੇ ਜਾਂਦੇ ਸੀ, ਇੰਝ ਲੱਗਦਾ ਸੀ ਪੱਕੀ ਯਾਰੀ ਆ। ਹੁਣ ਜਦੋਂ ਚੰਨੀ ਔਰ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਹੁੰਦੀ ਆ, ਇਕੁਏਸ਼ਨ ਠੀਕ ਠੀਕ ਲੱਗਣ ਲੱਗਦੀ ਆ, ਤਾਂ ਤੁਹਾਨੂੰ ਇਹ ਮੰਨਣਾ ਪਊਗਾ ਕਿ ਸਟੇਟ ਦੇ ਕਿਸੇ ਵੀ ਨਵੇਂ ਚੁਣੇ ਹਾਕਮ ਦੀ, ਸ਼ਾਸਕ ਦੀ, ਮੁੱਖ ਮੰਤਰੀ ਦੀ ਅਨਸਰ ਦੀ ਲੋੜ ਆ ਕਿ ਉਹ ਕੇਂਦਰੀ ਹਾਕਮਾਂ ਦੀ ਹਾਂ 'ਚ ਹਾਂ ਮਿਲਾਵੇ। ਕਿਉਂਕਿ ਜਿਹੜੀ ਆਰਥਿਕ ਆਜ਼ਾਦੀ ਆ, ਇਸ ਮਾਮਲੇ 'ਚ ਸੂਬਾ ਕੱਖੋਂ ਹੌਲਾ ਹੋ ਗਿਆ। ਤੁਹਾਨੂੰ ਹਰ ਸਕੀਮ ਲਈ ਕੇਂਦਰ ਵੱਲ ਵੇਖਣਾ ਪੈ ਰਿਹਾ। ਤੁਸੀਂ ਹਰ ਗੱਲ ਲਈ ਕੇਂਦਰ ਤੇ ਨਿਰਭਰ ਹੋ, ਭਾਵੇਂ ਵਰਲਡ ਬੈਂਕ ਤੋਂ ਕਰਜ਼ਾ ਹੀ ਕਿਉਂ ਨਹੀਂ ਲੈਣਾ ਹੋਵੇ। ਸੋ ਸਭ ਤੋਂ ਵੱਡਾ ਸਵਾਲ ਇਹ ਆ ਕਿ ਆਰਥਿਕ ਆਜ਼ਾਦੀ ਲਈ ਤੁਹਾਨੂੰ ਸਟੇਟ ਪੱਧਰ ਤੇ ਫੈਸਲੇ ਕਰਨੇ ਪੈਣੇ ਆ, ਔਰ ਉਹ ਪੋਲੀਟੀਸ਼ੀਅਨਸ ਦੇ ਵੱਸ ਦਾ ਰੋਗ ਨਹੀਂ। ਉਹ ਮਾਡਲ ਬਣਦੇ ਆ, ਉਹਦੇ ਵਿੱਚ ਇਕੋਨਮਿਸਟ ਜੁੜਦੇ ਆ। ਸਾਡੇ ਪੰਜਾਬ ਦੀ ਤਰਾਸਦੀ ਆ ਕਿ ਸਾਡੇ ਇਕੋਨਮਿਸਟ ਧਿਰਾਂ 'ਚ ਵੰਡੇ ਗਏ ਆ। ਕੋਈ ਅਕਾਲੀ ਹੋ ਗਿਆ, ਪ੍ਰੋ ਅਕਾਲੀ, ਕੋਈ ਪ੍ਰੋ ਕਾਂਗਰਸੀ, ਕੋਈ ਕਾਮਰੇਡ ਹੈ। ਲੇਕਿਨ ਪ੍ਰੋ ਪੰਜਾਬ ਹੋਣ ਲਈ ਤੁਹਾਨੂੰ ਇਸ ਤਰ੍ਹਾਂ ਦੀ ਜੜ ਪੈਦਾ ਕਰਨੀ ਪਊਗੀ ਜਿੱਥੇ ਲੋਕ ਤੁਹਾਨੂੰ ਬਿਨਾਂ ਲੱਗ ਲਿਹਾਜ਼ ਦੇ ਸਲਾਹ ਦੇਣ। ਅੱਜ ਤੱਕ ਦੀਆਂ ਸਰਕਾਰਾਂ ਫੇਲ ਹੋਈਆਂ ਕਿ ਉਹਨਾਂ ਨੇ ਇਹਨਾਂ ਮਾਮਲਿਆਂ 'ਚ ਕੰਮ ਨਹੀਂ ਕੀਤਾ। ਕਿਧਰੇ ਵੀ ਕੋਈ ਥਿੰਕ ਟੈਂਕ ਜਾਂ ਕੋਈ ਸੋਚਣ ਵਾਲਾ ਗਰੁੱਪ ਅਜੇ ਵੀ ਕਿਧਰੇ ਨਹੀਂ। ਮੈਂ ਤਾਂ ਕਈ ਵਾਰੀ ਕਹਿਣਾ ਹੁੰਦਾ ਕਿ ਪੰਜਾਬ ਨੂੰ ਫਿਰ ਤੋਂ ਇੱਕ ਵਾਰੀ ਵਿਧਾਨ ਪ੍ਰੀਸ਼ਦ ਬਣਾ ਲੈਣੀ ਚਾਹੀਦੀ ਹੈ। ਤੁਸੀਂ 117 ਚੁਣ ਕੇ ਭੇਜ ਦਿਓ, ਲੇਕਿਨ 60 ਦੇ ਕਰੀਬ ਜਿਹੜੇ ਉੱਪਰਲਾ ਸਦਨ ਜਿਹਨੂੰ ਕਹਿੰਦੇ ਹੁੰਦੇ, ਐਸੇ ਵੀ ਹੋਣੇ ਚਾਹੀਦੇ ਆ ਜਿਹੜੇ ਪਾਲਿਸੀਜ਼ ਬਣਾ ਸਕਣ ਜਾਂ ਜਿਨ੍ਹਾਂ ਨੂੰ ਤੁਸੀਂ ਵੱਡੇ ਮਹਿਕਮਿਆਂ ਦੀ ਜ਼ਿੰਮੇਵਾਰੀ ਦੇ ਸਕੋ, ਜਿਹੜੇ ਚੋਣ ਨਹੀਂ ਲੜਨਾ ਚਾਹੁੰਦੇ ਲੇਕਿਨ ਐਕਸਪਰਟ ਆ। ਭਾਸਕਰ ਸਾਹਿਬ, ਮੁੱਦੇ ਅਜੇ ਨਿਰਧਾਰਤ ਹੋਣੇ ਆ। ਪੰਜਾਬ ਕਿੱਥੇ ਕਿੱਥੇ ਮਰਿਆ ਤੇ ਪੰਜਾਬ ਕਿਵੇਂ ਕਿਵੇਂ ਉੱਭਰ ਸਕਦਾ, ਇਹਨਾਂ ਦੋਨਾਂ ਚੀਜ਼ਾਂ ਤੇ ਮੱਥਾਪੱਚੀ ਹੋਣੀ ਆ। ਇਹ ਰਾਜਨੀਤੀ ਕੋਰੀ ਰਾਜਨੀਤੀ ਆ, ਉਪਰੀ ਆ, ਸਤਹੀ ਆ। ਅਜੇ ਇਹਨੇ ਰੂਟਾਂ ਆਪਣੀਆਂ ਜਿਹੜੀਆਂ ਜੜ੍ਹਾਂ ਨੇ, ਰੂਟਸ ਤੱਕ ਜਾਣਾ ਹੈ। ਮੈਨੂੰ ਫਿਰ ਇੱਕ ਵਾਰੀ ਸਮਝਾਇਓ ਕਿ ਪੰਜਾਬ ਦੇ ਮੁੱਦਿਆਂ ਤੇ ਗੱਲ ਹੋਊਗੀ ਜਾਂ ਦੋਸ਼ ਪ੍ਰਤੀ ਦੋਸ਼ ਤੱਕ ਰਹਿ ਜਾਾਂਗੇ। ਹੁਣ ਨੰਗੇ ਕਰ ਦੇਣੇ ਚਾਹੀਦੇ ਚਿਹਰੇ, ਜਾਂ ਤਾਂ ਸਿਆਸਤ ਵਿੱਚ ਰਹਿਣ ਜਾਂ ਪਾਸੇ ਕਰ ਦਿਓ, ਕਿਉਂਕਿ ਹੁਣ ਲੁਟੇਰਾ ਜਮਾਤ ਮੁੱਕਣੀ ਚਾਹੀਦੀ ਆ। ਜੇ ਇੰਨਾ ਲੜਕੇ ਵੀ ਪੰਜਾਬੀ ਹਾਰ ਜਾਂਦੇ ਆ, ਜੇ ਐਤਕੀ ਵੀ 2017 ਵਾਂਗ ਇੱਕ ਵਾਰ ਫਿਰ ਡਿੱਗ ਪੈਂਦੇ ਆ, ਪੰਜਾਬ ਦੇ ਪੱਲੇ ਕੱਖ ਨਹੀਂ ਪੈਣਾ। ਫਿਰ ਉਹੀ ਜਮਾਤ ਅੱਗੇ ਵੱਧਦੀ ਰਹਿਣੀ ਆ ਜਿਹੜੀ ਦਹਾਕਿਆਂ ਤੋਂ ਵੱਧ ਰਹੀ ਹੈ। ਰੰਧਾਵਾ ਜੀ, ਆਰਥਿਕ ਪੱਧਰ ਤੇ ਪੰਜਾਬ ਕੰਗਾਲ ਹੋ ਚੁੱਕਿਆ। ਇਹ ਗੱਲ ਕਿਸੇ ਤੋਂ ਛੁਪੀ ਨਹੀਂ। ਜਿਹੜੇ 4.5 ਸਾਲ, ਪੌਣੇ 5 ਸਾਲ ਖਜ਼ਾਨੇ ਖਾਲੀ ਸੀਗੀ, ਜਿਹੜੇ ਖਜ਼ਾਨੇ ਖਾਲੀ ਸੀਗੇ, ਉਹ ਅਚਾਨਕ ਹੀ ਭਰਨ ਜੇ ਲੱਗ ਗਏ। 3 ਰੁਪਏ ਯੂਨਿਟ ਬਿਜਲੀ ਸਸਤੀ ਕਰ ਦੇਣੀ। ਪਰ ਜਿਹੜਾ ਆਰਥਿਕ ਮੁੱਦਿਆਂ ਦੇ ਉੱਤੇ ਸ਼ੁਰੂ ਤੋਂ ਪੰਜਾਬ ਦੇ ਨਾਲ ਵਿਤਕਰੇ ਵੀ ਹੁੰਦੇ ਰਹੇ ਨੇ ਤੇ ਰਾਜਨੀਤੀ ਵੀ ਹੁੰਦੀ ਰਹੀ ਹੈ। ਯਾਦ ਕਰੋ ਉਹ 84,000 ਕਰੋੜ ਦੀ ਗੱਲ, ਜਿਹੜਾ ਗੁਜਰਾਲ ਸਾਹਿਬ ਜਦ ਪ੍ਰਧਾਨ ਮੰਤਰੀ ਹੁੰਦੇ ਸੀਗੇ, ਉਹ ਕਹਿੰਦੇ ਪੰਜਾਬ ਦੇ ਜਿਹੜੇ ਮਿਲੀਟੈਂਸੀ ਦੇ ਟਾਈਮ ਵਿੱਚ 84,000 ਕਰੋੜ ਰੁਪਏ ਦਾ ਕਰਜ਼ਾ ਸੀਗਾ, ਉਹ ਗੁਜਰਾਲ ਸਾਹਿਬ ਨੇ ਮਾਫ ਕਰਤਾ। ਬਾਦਲ ਸਾਹਿਬ ਨੇ ਇਸ ਗੱਲ ਦੀ ਵਧਾਈਆਂ ਵੀ ਦੇ ਦਿੱਤੀ। ਬਾਅਦ ਚੋਂ ਪਤਾ ਲੱਗਿਆ ਵੀ ਏਦਾਂ ਦਾ ਕੋਈ ਵੀ ਕਰਜ਼ਾ ਮਾਫ ਨਹੀਂ ਹੋਇਆ ਸੀਗਾ। ਇਸ ਗੱਲ ਦੀ ਸਫਾਈ ਨਾ ਬਾਦਲ ਸਾਹਿਬ ਨੇ ਦਿੱਤੀ, ਨਾ ਗੁਜਰਾਲ ਸਾਹਿਬ ਨੇ ਦਿੱਤੀ। ਯਾਨੀ ਉਸ ਮੁੱਦੇ ਤੇ ਵੀ ਰਾਜਨੀਤੀ ਇੱਥੇ ਤੱਕ ਅੱਗੇ ਚਲੀ ਗਈ। ਅੱਜ ਉਹ 84,000 ਕਰੋੜ ਤੋਂ ਆਪਾਂ 2-2.5 ਲੱਖ ਕਰੋੜ ਦੇ ਕਰਜ਼ੇ ਦੇ ਥੱਲੇ, ਔਰ ਕਰਜ਼ਾ ਮੇਨ ਉਹ ਹੈ। ਉਸ ਤੋਂ ਇਲਾਵਾ ਇਹ ਵੱਧਦਾ ਚਲਾ ਗਿਆ। ਅੱਜ ਉਸ ਕਰਜ਼ੇ ਨੂੰ ਵਾਪਸ ਮੋੜਨ ਦੇ ਵਾਸਤੇ, ਵਿਆਜ ਲੈ ਦੇ ਮੋੜਨ ਵਾਸਤੇ ਵੀ ਸਾਨੂੰ ਫੇਰ ਕਰਜ਼ਾ ਲੈਣਾ ਪੈ ਰਿਹਾ। ਇਸ ਆਰਥਿਕ ਤੰਗੀ ਤੋਂ, ਆਰਥਿਕ ਚੱਕਰਵੀ ਤੋਂ ਅਸੀਂ ਕਿੱਦਾਂ ਨਿਕਲ ਸਕਦੇ ਹਾਂ? ਇਸ ਮੁੱਦੇ ਨੂੰ ਸਿਰਫ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਹਜੇ ਤੱਕ ਆਪਣੇ ਉਹਨਾਂ ਮੁੱਦਿਆਂ ਤੇ ਉਠਾਇਆ, ਔਰ ਜਦ ਉਹ ਰੋਡ ਮੈਪ ਤਿਆਰ ਕਰਕੇ ਦਿੰਦੇ ਨੇ, ਖਾਸ ਕਰਕੇ ਲੀਕਰ ਮਾਫੀਆ ਨੂੰ ਕੰਟਰੋਲ ਕਰਨ ਵਾਸਤੇ, ਜਾਂ ਕੇਜਰੀਵਾਲ ਉਹਨਾਂ ਵੀ 2017 ਦੇ ਵਿੱਚ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹੀ ਕਹਿੰਦੇ ਸੀਗੇ ਕਿ ਜਿਹੜਾ ਪੈਸਾ ਸਟੇਟ ਦੇ ਖਜ਼ਾਨੇ ਦੇ ਵਿੱਚ ਨਾ ਜਾ ਕੇ ਬਲਕਿ ਪ੍ਰਾਈਵੇਟ ਨਿੱਜੀ ਜੇਬਾਂ ਦੇ ਵਿੱਚ ਜਾ ਰਿਹਾ, ਉਹਨੂੰ ਆਪਾਂ ਰੋਕ ਕੇ ਹੀ ਆਪਣਾ ਖਜ਼ਾਨਾ ਭਰ ਸਕਦੇ ਹਾਂ। ਉਸ ਗੱਲ ਦੇ ਉੱਤੇ ਹੀ ਅੱਗੇ ਵਧਦੇ ਹੋਏ ਨਵਜੋਤ ਸਿੰਘ ਸਿੱਧੂ ਉਹਨਾਂ ਵੀ ਆਪਣੇ ਏਜੰਡੇ ਦੇ ਵਿੱਚ 10-10 ਹਜ਼ਾਰ ਕਰੋੜ ਦੀ ਇਨਕਮ ਨੂੰ ਵਧਾਉਣ ਦੀ ਗੱਲ ਕਰਦੇ, ਭਾਵੇਂ ਉਹ ਸ਼ਰਾਬ ਤੋਂ ਜਾਂ ਫਿਰ ਮਾਈਨਿੰਗ ਮਾਫੀਆ ਤੋਂ। ਦੂਜੇ ਪਾਸੇ ਉਹਨਾਂ ਮੁੱਦਿਆਂ ਤੋਂ ਅਸੀਂ ਬਾਹਰ ਕਿੱਦਾਂ ਨਿਕਲ ਸਕਦੇ ਹਾਂ? ਜਿੱਦਾਂ ਮੈਂ ਕੱਲ ਵੀ ਇਸ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਕੁਝ ਐਦਾਂ ਦਾ ਖੇਡ ਵੀ ਖੇਡ ਸਕਦੇ ਹੈ ਕਿ ਪੰਜਾਬ ਦਾ 2 ਲੱਖ ਕਰੋੜ ਦਾ ਕਰਜ਼ਾ ਉਹ ਮਾਫ ਕਰ ਸਕਦੇ, ਯਾਨੀ ਉਹ ਵੇਵ ਆਊਟ ਕਰ ਸਕਦੇ ਆ। ਉਹਦੇ ਵਿੱਚ ਵੀ ਕੁਝ ਕੰਡੀਸ਼ਨ ਲੱਗ ਸਕਦੀ ਹੈ ਕਿ ਅਗਰ ਪੰਜਾਬ ਭਾਜਪਾ ਤੇ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਜਾਂ ਉਹਨਾਂ ਦੀ ਸਰਕਾਰ ਆਉਂਦੀ ਹੈ ਤੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦਾ ਉਹ ਮਾਫ ਹੋ ਜਾਏਗਾ।
ਇਹ ਇੱਕ ਬੜਾ ਵੱਡਾ ਮੁੱਦਾ ਹੋਏਗਾ। ਇਸ ਮੁੱਦੇ ਤੇ ਲੋਕ ਕਿੰਨੇ ਖੜਦੇ ਨੇ। ਭਾਵੇਂ ਨਵਜੋਤ ਸਿੰਘ ਸਿੱਧੂ ਉਹਨਾਂ ਬਾਰ-ਬਾਰ ਆਪਣੀ ਭਾਸ਼ਣਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਇਹ ਕਰਜ਼ਾ ਸਟੇਟ ਨੇ ਨਹੀਂ ਮੋੜਨਾ, ਲੋਕਾਂ ਨੇ ਮੋੜਨਾ ਹੈ। ਲੋਕਾਂ ਦੀ ਜੇਬਾਂ ਚੋਂ ਟੈਕਸ ਦੇ ਰੂਪ ਵਿੱਚ ਜਿਹੜਾ ਪੈਸਾ ਜਾਂਦਾ ਹੈ ਉਹੀ ਇਸ ਵਿਆਜ ਦੇ ਉੱਤੇ, ਜਿਹੜਾ ਲੋਨ ਦੇ ਉੱਤੇ ਇੰਟਰਸਟ ਹੈ ਉਹਦੇ ਭਰ ਦਿੰਦਾ। ਲੇਕਿਨ ਲੋਕ ਬੜੀ ਛੋਟੀ ਗੱਲਾਂ ਦੇ ਪਿੱਛੇ ਜਿਹੜੀ ਜਲਦੀ ਚਲੇ ਜਾਂਦੇ ਨੇ ਔਰ ਉਹ 2 ਰੁਪਏ 3 ਰੁਪਏ ਮਾਫ ਯੂਨਿਟ ਜਾਂ ਹੋਰ ਜਿਹੜੀ ਸੁਵਿਧਾਵਾਂ ਸਰਕਾਰ ਇਲੈਕਸ਼ਨ ਦੇ ਟਾਈਮ ਵਿੱਚ ਜਿਹੜੇ ਲੋਲੀਪੌਪ ਵੰਡਦੀ ਆ ਉਹਦੇ ਚੱਕਰਾਂ 'ਚ ਜ਼ਿਆਦਾ ਪੈ ਜਾਂਦੇ ਨੇ। ਲੇਕਿਨ ਲੌਂਗ ਰਨ ਦੇ ਵਿੱਚ ਜੇ ਪੰਜਾਬ ਨੂੰ ਤਰੱਕੀ ਕਰਨੀ ਹੈ ਤੇ ਇਸ ਤਰੀਕੇ ਦੇ ਆਰਥਿਕ ਸੁਧਾਰਾਂ ਦੀ ਲੋੜ ਪੈਣੀ ਹੈ। ਔਰ ਉਹਨਾਂ ਆਰਥਿਕ ਸੁਧਾਰਾਂ ਨੂੰ ਚੋਣਾਂ ਦਾ ਮੁੱਦਾ ਅਗਰ ਬਣਾ ਦਿੱਤਾ ਜਾਏ ਤੇ ਮੈਨੂੰ ਲੱਗਦਾ ਹੈ ਉਹਦੇ ਵਿੱਚ ਲੋਕਾਂ ਦਾ ਫਾਇਦਾ ਜ਼ਿਆਦਾ ਹੋ ਸਕਦਾ ਹੈ। ਔਰ ਕਿਸੇ ਏਜੰਡੇ ਦੇ ਉੱਤੇ ਐਤਕੀ ਇਲੈਕਸ਼ਨ ਹੋਣੇ ਚਾਹੀਦੇ ਹੈ, ਨਾ ਕਿ ਫਰੀਬੀਜ਼ ਦੇ ਉੱਤੇ। ਔਰ ਆਰਥਿਕ ਸੁਧਾਰਾਂ ਦੀ ਗੱਲ ਕਰੀਏ ਤੇ ਪੰਜਾਬ ਬਹੁਤ ਪਿੱਛੇ ਚਲਾ ਗਿਆ। ਇਹ ਤੇ ਪੰਜਾਬੀ ਉੱਦਾਂ ਹੀ ਰੱਜੇ ਪੁੱਜੇ ਲੱਗਦੇ ਨੇ। ਇੱਕ ਰੈਪੂਟੇਸ਼ਨ ਇਹਨਾਂ ਦੀ ਤੁਰੀ ਫਿਰਦੀ ਹੈ ਕਿ ਪੰਜਾਬ ਜਾਂ ਪੰਜਾਬੀ ਕਦੀ ਭੁੱਖਾ ਨਹੀਂ ਮਰਦਾ, ਪੰਜਾਬ ਜਾਂ ਪੰਜਾਬੀ ਪੂਰੇ ਟੌਰ ਨਾਲ ਰਹਿੰਦਾ ਹੈ। ਉਹ ਸਾਡੀ ਨੇਚਰ ਹੈ। ਉਸ ਨੇਚਰ ਦੇ ਰਾਹੀਂ ਲੋਕੀ ਜਾਂ ਦੂਜੇ ਸੂਬਿਆਂ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਜਾਂਦੇ ਨੇ ਉਹਨਾਂ ਦੀ ਉੱਦਾਂ ਹੀ ਬੱਲੇ ਬੱਲੇ ਹੋ ਜਾਂਦੀ ਹੈ ਵੀ ਨਹੀਂ ਪੰਜਾਬ ਤੋਂ ਆਇਆ, ਉੱਥੇ ਤੇ ਦੁੱਧ ਦਹੀਂ ਪਤਾ ਨਹੀਂ ਕੀ ਹੈਗਾ। ਪਰ ਅਲਟੀਮੇਟਲੀ ਪੰਜਾਬ ਕੰਗਾਲ ਹੈ ਔਰ ਉਸ ਕੰਗਾਲ ਪੰਜਾਬ ਨੂੰ ਅਗਰ ਬਾਹਰ ਲਿਆਣਾ ਹੈ ਤੇ ਤੁਹਾਨੂੰ ਇਹਨਾਂ ਮੁੱਦਿਆਂ ਨੂੰ ਮੁੱਦੇ ਬਣਾ ਕੇ ਇਲੈਕਸ਼ਨ ਵਿੱਚ ਉਤਰਨਾ ਚਾਹੁੰਦਾ। ਔਰ ਲੋਕਾਂ ਨੂੰ ਵੀ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਬੰਦੇ ਖੜੇ ਨਜ਼ਰ ਆਉਂਦੇ ਨੇ ਔਰ ਜਿੱਥੇ ਤੱਕ ਬਾਰ-ਬਾਰ ਗੱਲ ਹੋਈ ਹੈ ਕਿ ਜਿਹੜੇ ਚੋਣ ਮੈਨੀਫੈਸਟੋ ਹੁੰਦੇ ਨੇ ਜਾਂ ਵਾਅਦੇ ਹੁੰਦੇ ਨੇ ਉਹਨੂੰ ਇੱਕ ਲੀਗਲ ਡਾਕੂਮੈਂਟ ਦਾ ਰੂਪ ਦਿੱਤਾ ਜਾਏ। ਸਾਰੀ ਪਾਰਟੀਆਂ ਇੰਡੀਵਿਜੂਅਲ ਲੈਵਲ ਦੇ ਉੱਤੇ ਤੇ ਇਸ ਗੱਲ ਨੂੰ ਮੰਨਦੀਆਂ, ਪਰ ਜਦ ਕਲੈਕਟਿਵ ਗੱਲ ਆਉਂਦੀ ਹੈ ਤੇ ਉਸ ਮੁੱਦੇ ਦੇ ਉੱਤੇ ਗੱਲ ਅੱਗੇ ਵੱਧਦੀ ਨਜ਼ਰ ਨਹੀਂ ਆਉਂਦੀ। ਸਾਡੇ ਵਰਗੇ ਪੱਤਰਕਾਰ ਸਵਾਲ ਪੁੱਛਦੇ ਨੇ, ਭਾਵੇਂ ਉਹ ਸੁਖਬੀਰ ਬਾਦਲ ਉਹਨਾਂ ਨੂੰ ਪੁੱਛ ਲੈਣ ਜਾਂ ਫਿਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਪੁੱਛ ਲੈਣ, ਸਭ ਦਾ ਜਵਾਬ ਇਹੀ ਹੁੰਦਾ, ਹਾਂਜੀ ਅਸੀਂ ਬਿਲਕੁਲ ਚਾਹੁੰਦੇ ਹਾਂ ਕਿ ਇਹ ਲੀਗਲ ਡਾਕੂਮੈਂਟ ਦੇ ਰੂਪ ਵਿੱਚ ਅਗਰ ਕੋਈ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਜਾਏ ਔਰ ਚੋਣਾਂ ਦੇ ਟਾਈਮ ਜਿਹੜਾ ਮੈਨੀਫੈਸਟੋ ਜਾਰੀ ਕਰਦੇ ਨੇ ਉਸ ਤੋਂ ਉਤਰ ਜਾਏ। ਕਿਉਂਕਿ ਗੱਲਾਂ ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਮੈਂ 92% ਵਾਅਦੇ ਪੂਰੇ ਕਰਤੇ। ਜੇ ਉਹਨਾਂ ਨੂੰ ਪੁਆਇੰਟ ਵਾਈਜ਼ ਪੁਆਇੰਟ ਬਿਠਾਉਣ ਦਾ ਮੌਕਾ ਮਿਲੇ, ਪੁੱਛਿਆ ਜਾਏ, ਮੈਨੂੰ ਇਹ ਲੱਗਦਾ ਹੈ ਕਿ ਉਹ 92% ਤੋਂ 32% ਤੇ ਨਾ ਆ ਜਾਣ, ਕਿਉਂਕਿ 33% ਪਾਸ ਹੋਣ ਵਾਸਤੇ ਚਾਹੀਦੇ ਹੁੰਦੇ ਆ। ਔਰ ਮੈਨੂੰ ਪੂਰਾ ਯਕੀਨ ਹੈ ਕਿ ਪੁਆਇੰਟ ਵਾਈਜ਼ ਪੁਆਇੰਟ ਡਿਸਕਸ ਕਰਨ ਦੇ ਬਾਅਦ ਉਹਨਾਂ ਦੇ 33 ਨੰਬਰ ਵੀ ਪੂਰੇ ਨਹੀਂ ਹੋਣੇ ਜਿਹੜੇ 92% ਦੀ ਉਹ ਗੱਲ ਕਰਦੇ ਨੇ। ਇਸ ਕਰਕੇ ਇਹਨਾਂ ਚੋਣ ਮੈਨੀਫੈਸਟੋ ਦਾ ਲੀਗਲ ਡਾਕੂਮੈਂਟ ਬਣਨਾ, ਇਹਦੇ ਉੱਤੇ ਵੀ ਬਹਿਸ ਹੋਣੀ ਚਾਹੀਦੀ ਹੈ। ਔਰ ਜਿਹੜੀ ਪੋਲੀਟੀਕਲ ਪਾਰਟੀ ਆਪਣੇ ਕੀਤੇ ਹੋਏ ਵਾਅਦਿਆਂ ਤੇ ਉੱਤੇ ਖਰੀ ਨਾ ਉਤਰੇ ਉਹਨਾਂ ਨੂੰ ਕਾਲ ਬੈਕ ਦਾ ਆਪਸ਼ਨ ਵੀ ਹੋਣਾ ਚਾਹੀਦਾ ਹੈ। ਇੱਕ ਨੈਸ਼ਨਲ ਲੈਵਲ ਤੇ ਇੱਕ ਡਿਬੇਟ ਹੋਣੀ ਚਾਹੀਦੀ ਹੈ, ਪਰ ਇਸ ਡਿਬੇਟ ਦੇ ਉੱਤੇ ਸਿਆਸੀ ਦਲ ਤੇ ਖੜਦੇ ਹੀ ਨਹੀਂ। ਲੋਕ ਵੀ ਕਈ ਵਾਰ ਮੁੱਦਿਆਂ ਤੇ ਭਟਕ ਜਾਂਦੇ ਨੇ ਤੇ ਇਸ ਮੁੱਦੇ ਨੂੰ ਮੁੱਦਾ ਬਣਾਉਣ ਤੋਂ ਫੇਲ ਹੋ ਜਾਂਦੇ ਨੇ। ਇਹ ਸਾਡੇ ਦੇਸ਼ ਦੀ ਸੂਬੇ ਦੀ ਇੱਕ ਬੜੀ ਨਾਕਾਮਯਾਬੀ ਕਹੀਏ ਜਾਂ ਆਪਣੇ ਆਪ ਵਿੱਚ ਇੱਕ ਭਟਕਣ ਵਾਲੀ ਰਾਜਨੀਤੀ ਕਹੀਏ, ਜਿਹਦੇ ਕਰਕੇ ਇਹ ਸਿਆਸੀ ਲੋਕ ਫਾਇਦਾ ਚੱਕਦੇ ਨੇ। ਭਾਸਕਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੇ ਦੌਰ 'ਚ ਸਭ ਤੋਂ ਪਾਵਰਫੁਲ ਅਧਿਕਾਰੀ ਮੇਰੇ ਨਾਲ ਗੈਰ ਰਸਮੀ ਗੱਲਬਾਤ ਦੇ ਵਿੱਚ ਡਿਸਕਲੋਜ਼ ਕਰਦੇ ਆ ਪਿਛਲੇ ਦਿਨਾਂ 'ਚ ਕਿ ਬਹੁਤ ਸਾਰੇ ਫੈਸਲੇ ਸਿਧਾਂਤਕ ਤੌਰ ਤੇ ਹੋ ਚੁੱਕੇ ਸੀਗੇ, ਪ੍ਰਸ਼ਾਸਨਿਕ ਪੱਧਰ ਦੇ ਉੱਤੇ ਸਾਰੀ ਕਾਰਵਾਈ ਪੈ ਚੁੱਕੀ ਸੀ, ਲੇਕਿਨ ਅਫਸੋਸ ਕਿ ਸਿਆਸੀ ਵਿਲ ਦੀ ਕਮੀ ਸੀ। ਸਿਆਸੀ ਤੌਰ ਤੇ ਐਲਾਨ ਕਰਨੇ ਜਾਂ ਸਿਆਸੀ ਤੌਰ ਤੇ ਸਰਗਰਮੀ ਵਿੱਢਣੀ ਉਹ ਮਿਸਿੰਗ ਸੀ। ਉਹਦੇ ਕਾਰਨ ਹੁਣ ਅੱਜ ਜਿੰਨੇ ਵੀ ਫੈਸਲੇ ਉਹਨਾਂ ਚੋਂ ਬਹੁਤੇ ਫੈਸਲੇ ਬਹੁਤ ਪਹਿਲਾਂ ਦੇ ਲਏ ਜਾ ਚੁੱਕੇ ਸੀਗੇ। ਇਹਨਾਂ ਨੂੰ ਸਿਰਫ ਅਮਲੀ ਜਾਮਾ ਪਹਿਨਾਇਆ ਜਾਣਾ ਸੀ ਸਿਆਸੀ ਤੌਰ ਤੇ, ਸਿਆਸੀ ਫਾਇਦੇ ਲਈ, ਲੇਕਿਨ ਉਹ ਨਹੀਂ ਸਮੇਂ ਸਿਰ ਹੋ ਸਕਿਆ। ਔਰ ਅੱਜ ਇਹਦਾ ਕ੍ਰੈਡਿਟ ਚਰਨਜੀਤ ਸਿੰਘ ਚੰਨੀ ਨੂੰ ਜਾ ਰਿਹਾ ਔਰ ਬਣਦਾ ਵੀ ਆ। ਜਿਹੜਾ ਕੰਮ ਕਰੂਗਾ ਉਹ ਦਿਸੂਗਾ, ਉਹਨੇ ਦਿਸਣਾ ਵੀ ਆ। ਤੇ ਅੱਜ ਇਹੀ ਲੜਾਈ ਜਿਹੜੀ ਆ ਸਿੱਧੂ ਔਰ ਚੰਨੀ 'ਚ ਵੀ ਸੀ ਕਿ ਅਗਲਾ ਚਿਹਰਾ ਕੌਣ ਹੋਊਗਾ। ਇੱਕ ਅਖਬਾਰ ਤਾਂ ਇੱਥੋਂ ਤੱਕ ਲਿਖਦੀ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਕੱਲ ਕੇਦਾਰਨਾਥ ਜਾਂਦਿਆਂ ਰਸਤੇ 'ਚ ਜਾਂ ਕਿਤੇ ਜਾਂ ਹਰੀਸ਼ ਰਾਵਤ ਦੇ ਘਰ ਸਹਿਮਤੀ ਬਣਾਈ ਗਈ ਕਿ ਲੜੋ ਨਾ, ਅਗਲੀ ਵਾਰੀ ਅੱਧੇ ਟਾਈਮ ਲਈ ਦੋਵਾਂ ਨੂੰ ਮੁੱਖ ਮੰਤਰੀ ਬਣਾਤਾ ਜਾਊਗਾ, ਤਗੜੇ ਹੋ ਕੇ ਲੜਾਈ ਲੜ ਕੇ ਜਿੱਤ ਲਓ। ਇਸ ਤਰ੍ਹਾਂ ਦੀ ਗੱਲਬਾਤ ਵੀ ਚੱਲਦੀ ਰਹੀ ਹੈ ਤੇ ਹੋਰ ਵੀ ਬਹੁਤ ਸਾਰੇ ਪਹਿਲੂ ਸੀਗੇ। ਇੱਕ ਜਗ੍ਹਾ ਤਾਂ ਇਹ ਵੀ ਖਬਰ ਸੀ ਕਿ ਭਾਰਤ ਭੂਸ਼ਣ ਆਸ਼ੂ ਔਰ ਉਹਨਾਂ ਦੇ ਨਾਲ ਸੰਦੀਪ, ਜਿਹੜੇ ਕੈਪਟਨ ਸੰਦੀਪ ਨੇ, ਉਹਨਾਂ ਨੇ ਵੀ ਜਾਣਾ ਸੀ ਮੁੱਖ ਮੰਤਰੀ ਦੇ ਨਾਲ ਚੌਪਰ ਦੇ ਵਿੱਚ। ਕੇਦਾਰਨਾਥ ਜਾਣ ਵਾਲਿਆਂ 'ਚ ਸ਼ਾਇਦ ਇਹਨਾਂ ਦੀ ਗਿਣਤੀ ਸੀ, ਲੇਕਿਨ ਆਖਰੀ ਸਮੇਂ ਤੇ ਰਾਤ ਵੇਲੇ ਫੈਸਲਾ ਕੀਤਾ ਗਿਆ ਕਿ ਸਿੱਧੂ ਸਾਹਿਬ, ਚੌਧਰੀ ਸਾਹਿਬ ਤੇ ਵਿਧਾਨ ਸਭਾ ਦੇ ਸਪੀਕਰ ਜਾਣਗੇ। ਸੋ ਉਹਨਾਂ ਨੂੰ ਇੱਕ ਵੱਖਰੇ ਜਿਹੜਾ ਸਪੈਸ਼ਲ ਕੀ ਉਹਨੂੰ ਕਹਿੰਦੇ ਜੀ, ਮੈਨੂੰ ਤਾਂ ਭੁੱਲ ਜਾਂਦਾ ਬਾਰ-ਬਾਰ,
ਜਿਹੜਾ ਕਿ ਜਹਾਜ਼ ਕਿਰਾਏ ਕਰੋਏ ਤੇ ਲੈਂਦੇ, ਜਿਹਦੀ ਖਬਰ ਪਿੱਛੇ ਵੀ ਰੌਲੇ ਪੈਂਦੇ ਰਹੇ, ਜੈਟ ਸਪੈਸ਼ਲ ਜੈਟ। ਹਾਂ, ਤੇ ਉਹਦੇ ਉੱਤੇ ਉਹਨਾਂ ਨੂੰ ਉੱਥੇ ਕੇਦਾਰਨਾਥ ਜਾਣਾ ਪਿਆ, ਮੰਤਰੀ ਆਸ਼ੂ ਸਾਹਿਬ ਨੂੰ ਤੇ ਉਹਨਾਂ ਦੇ ਨਾਲ ਸੰਦੀਪ ਸੰਧੂ ਨੂੰ। ਖੈਰ ਚੀਜ਼ਾਂ ਤਾਂ ਓਵਰਨਾਈਟ ਹੀ ਬਦਲਦੀਆਂ ਤੇ ਬਦਲ ਵੀ ਰਹੀਆਂ, ਪਰ ਇੱਕ ਚੀਜ਼ ਜਿਹੜੀ ਸਭ ਤੋਂ ਦਿਲਚਸਪ ਹੈ ਉਹ ਇਹ ਹੈ ਕਿ ਆਉਂਦੇ ਦਿਨੀ ਇਹ ਲੜਾਈ ਕਿੰਨੀ ਤਿੱਖੀ ਹੋਊਗੀ ਕਾਂਗਰਸ ਦੇ ਅੰਦਰੋਂ। ਕਿਉਂਕਿ ਦੋ ਚੀਜ਼ਾਂ ਬੜੀਆਂ ਦਿਲਚਸਪ ਹੋਈਆਂ ਜਦੋਂ ਰਵਨੀਤ ਬਿੱਟੂ ਇਹ ਕਹਿੰਦੇ ਨਾ ਕਿ ਕੇਦਾਰਨਾਥ ਵਾਲੀ ਯੂਨਿਟੀ ਪੰਜਾਬ 'ਚ ਕਿਉਂ ਨਹੀਂ ਦਿਸਦੀ, ਉਹ ਰਾਤੀ ਦਿਸ ਗਈ। ਸੋ ਹੁਣ ਜਿਹੜੇ ਰਵਨੀਤ ਬਿੱਟੂ ਆ ਉਹ ਕਿਸ ਪੇਜ ਤੇ ਨੇ, ਇਹ ਵੀ ਸਵਾਲ ਉਠਾਇਆ ਜਾਊਗਾ ਤੇ ਇਸੇ ਤਰੀਕੇ ਦੇ ਸਵਾਲ ਹੋਰ ਪਾਸਿਓਂ ਵੀ ਉੱਭਰਦੇ ਰਹਿੰਦੇ ਆ। ਖੈਰ ਇਹ ਲੜਾਈ ਪੰਜਾਬ ਨੂੰ ਕੁਝ ਦੇਵੇ, ਇਹ ਲੜਾਈ ਦੇ ਵਿੱਚ ਜਿਹੜੇ ਕਰਪਟ ਲੋਕ ਆ ਕਾਰਨਰ ਕੀਤੇ ਜਾਣ, ਇਸ ਲੜਾਈ ਦੇ ਵਿੱਚ ਲੋਕਾਂ ਨੂੰ ਸਿਆਸਤਦਾਨਾਂ ਦੇ ਅਸਲ ਚਿਹਰੇ ਵੀ ਦਿਸਣ, ਜਿਹੜੇ ਮਾੜੇ ਨੇ ਮਾੜੇ ਹੋਣ, ਜਿਹੜੇ ਚੰਗੇ ਆ ਚੰਗੇ ਹੋਣ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।